ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਛੁ ਕੰਚਨ ਭਇਓ ਸ਼ਬਦ ਗੁਰ ਸ਼ਰਵਨ ਹੈ ਸੁਣਿਓ ਵੇਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਨ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਇਓ ਪਤਤ ਪਾਵਨ ਭਗਤ ਵਸ਼ਲ ਦੀਨਾ ਬੰਧੂ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉਪਰ ਸੁਭਾਇਮਾਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਕ ਪਵਿੱਤਰ ਛਤਰ ਛਾਇਆ ਹੇਠ ਸੁਭਾਇਮਾਨ ਅਤੇ ਸੁਭਾਇਮਾਨ ਹੋ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰ ਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ ਬੜੇ ਅਦਬ ਸਤਿਕਾਰ ਵਿੱਚ ਆ ਕਰਕੇ ਕਹਿਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ, ਜਿਸ ਬਖਸ਼ਿਸ਼ ਦੇ ਸਦਕਾ ਆਪ ਸਰਬੱਤ ਸੰਗਤ ਆਪੋ ਆਪਣੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਆਪਣੇ ਦੁਨਿਆਵੀ ਕੰਮਾਂ ਕਾਰਾਂ ਤੋਂ ਸੰਕੋਚ ਕਰਦਿਆਂ ਹੋਇਆਂ ਸਿੱਖ ਪੰਥ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਵਿਖੇ ਪਹੁੰਚ ਕਰਕੇ ਸਤਿਗੁਰਾਂ ਦੇ ਜੀ ਦੇ ਪਵਿੱਤਰ ਕਮਲ ਸਰੀਖੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ। ਬਹੁਤ ਹੀ ਵੱਡੀਆਂ ਭਾਗਾਂ ਵਾਲੇ ਹੋ, ਜਿਨ੍ਹਾਂ ਮਹਾਨ ਵੱਡੀਆਂ ਭਾਗਾਂ ਦੇ ਸਦਕਾ ਆਪ ਸਰਬੱਤ ਸੰਗਤ ਇਸ ਪਵਿੱਤਰ ਅਸਥਾਨ ਉੱਪਰ ਪਹੁੰਚ ਕਰਕੇ ਤਨ ਮਨ ਦੇ ਨਾਲ ਸੇਵਾਵਾਂ ਕਰਦਿਆਂ ਹੋਇਆਂ
ਅਮੋਲਕ ਸਵਾਸਾਂ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰਾਂ ਜੀ ਦੀ ਪਵਿੱਤਰ ਮਹਾਨ ਕਿਰਪਾ ਹੋਈ, ਜਿਸ ਕਿਰਪਾ ਰਹਿਮਤ ਦੇ ਸਦਕਾ ਸੁੰਦਰ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਸੱਜੇ ਹੋਏ ਦੀਵਾਨ ਅੰਦਰ ਸਭ ਤੋਂ ਪਹਿਲਾਂ ਪੰਜਾਂ ਬਾਣੀਆਂ ਦੇ ਨਿਤਨੇਮ, ਉਸ ਤੋਂ ਉਪਰੰਤ ਸਤਿਗੁਰਾਂ ਜੀ ਦੇ ਸੁੰਦਰ ਪ੍ਰਕਾਸ਼, ਗੁਰੂ ਘਰ ਦੇ ਰਾਗੀ ਸਿੰਘਾਂ ਦੇ ਜਥੇ ਪਾਸੋਂ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ, ਹੋਰ ਵੀ ਅਗਾਧ ਬੋਧ ਗੁਰਬਾਣੀ ਦੇ ਰਸ ਭਿੰਨੜੇ ਸ਼ਬਦਾਂ ਦਾ ਕੀਰਤਨ। ਆਪ ਸਰਬੱਤ ਸੰਗਤ ਨੇ ਆਪਣੇ ਮਨ ਦੀਆਂ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਕਰਦਿਆਂ ਹੋਇਆਂ ਸਰਵਣ ਕੀਤਾ ਹੈ। ਸੋ ਹੁਣ ਗੁਰੂ ਪਿਆਰੀ ਸੰਗਤ ਜੀ, ਇਸ ਪਵਿੱਤਰ ਅਸਥਾਨ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੋ ਚੁੱਕਾ ਹੈ। ਚੱਲ ਰਹੀ ਲੜੀਵਾਰ, ਚੱਲ ਰਹੀ ਸ਼੍ਰੀ ਹੁਕਮਨਾਮੇ ਸਾਹਿਬ ਦੀ ਕਥਾ ਵਿਚਾਰਤਾ ਦਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤਿਨਾਂ ਨੇ ਸਾਡੇ ਕਲਿਆਣ ਹਿੱਤ ਸੋਰਠ ਰਾਗ ਦੇ ਅੰਦਰ ਸ਼ਬਦ ਉਚਾਰਿਆ। ਸੋ ਆਓ ਗੁਰੂ ਪਿਆਰੀ ਸੰਗਤ ਜੀ, ਇੱਕ ਵਾਰ ਫਿਰ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਨਾ ਕਰੋ ਅਤੇ ਸਤਿਗੁਰਾਂ ਜੀ ਨੇ ਜੋ ਪਾਵਨ ਪਵਿੱਤਰ ਮੁਖ ਵਾਕ ਸਾਨੂੰ ਸਭ ਨੂੰ ਨਿਹਾਲ ਕਰਨ ਵਾਸਤੇ ਫਰਮਾਇਆ, ਉਸ ਪਵਿੱਤਰ ਹੁਕਮਨਾਮੇ ਦੇ ਵਿਚਾਰ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਦਿਆਂ ਹੋਇਆਂ ਸਰਵਨ ਕਰਨਾ ਕਰੀਏ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋਰਠ ਮਹੱਲਾ ਪੰਜਵਾ। ਸੋਰਠ ਨਾਮ ਹੈ ਰਾਗ ਦਾ। ਮਹੱਲਾ ਸ਼ਬਦ ਸੰਗਤ ਜੀ, ਮਹੱਲਾ ਸ਼ਬਦ ਨੂੰ ਲੈ ਕਰਕੇ ਸਿੱਖ ਪੰਥ ਦੇ ਅੰਦਰ ਵਿਦਵਾਨਾਂ ਨੇ ਆਪੋ ਆਪਣੇ ਮਤ ਪੇਸ਼ ਕੀਤੇ ਨੇ। ਮਹੱਲਾ ਸ਼ਬਦ ਦੇ ਵਿਦਵਾਨ ਜਨ ਅਰਥ ਕਰਦੇ ਨੇ ਪਾਤਸ਼ਾਹ ਜਾਂ ਬਾਦਸ਼ਾਹ, ਅਤੇ ਸਰੂਪ। ਸਰੂਪ ਕਹਿੰਦੇ ਨੇ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਮਹੱਲੇ ਦਾ ਅਰਥ ਸਰੂਪ ਵੀ ਆਉਂਦਾ, ਅਤੇ ਫਾਰਸੀ ਭਾਸ਼ਾ ਦੇ ਅੰਦਰ ਮਹੱਲਾ ਸ਼ਬਦ ਪਾਤਸ਼ਾਹ ਤੋਂ ਬਾਦਸ਼ਾਹ ਤੋਂ ਬਣਿਆ। ਇੱਕ ਅਰਬੀ ਫਾਰਸੀ ਭਾਸ਼ਾ ਦੀ ਕਿਤਾਬ ਹੈ, ਜਿਸ ਦਾ ਨਾਮ ਹੈ ਦਾਬਿਸਤਾਨ ਮਜ਼ਾਹਿਬ। ਇਹ ਜਿਹੜੀ ਕਿਤਾਬ ਹੈ, ਇਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਸਮੇਂ ਲਿਖਣਾ ਕੀਤੀ ਗਈ। ਇਸ ਕਿਤਾਬ ਦਾ ਲੇਖਕ ਹੈ ਮੋਹਿਸਨ ਫਾਨੀ। ਉਹ ਕਹਿੰਦਾ ਹੈ ਕਿ ਜਿਹੜੀ ਸਿੱਖ ਸੰਗਤ ਹੈ, ਆਪਣੇ ਗੁਰੂ ਨੂੰ ਮਹੱਲਾ ਕਹਿ ਕਰਕੇ ਸੰਬੋਧਨ ਕਰਦੀ ਹੈ। ਮੌਜੂਦਾ ਸਮੇਂ ਸਾਰੀ ਸਿੱਖ ਸੰਗਤ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਜੀ ਦਾ ਸਤਿਕਾਰ ਕਰਨ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਉਚਾਰਦੀ ਹੈ। ਪ੍ਰਾਤਨ ਸਮੇਂ ਦੇ ਅੰਦਰ ਮੋਹਿਸਨ ਫਾਨੀ ਕਹਿੰਦਾ ਕਿ ਸਾਰੀ ਸਿੱਖ ਸੰਗਤ ਆਪਣੇ ਗੁਰੂ ਨੂੰ, ਜੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉੱਤਰਾਧਿਕਾਰੀ ਗੁਰੂ ਹੋਏ ਹਨ, ਸਾਰੀ ਸਿੱਖ ਸੰਗਤ ਉਹਨਾਂ ਨੂੰ ਮਹੱਲਾ ਸ਼ਬਦ ਕਹਿ ਕਰਕੇ ਹੀ ਬੁਲਾਉਂਦੀ ਹੈ। ਅਰਬੀ ਫਾਰਸੀ ਭਾਸ਼ਾ ਦਾ ਇਹ ਸ਼ਬਦ ਹੈ ਹਲੂਣ ਕਰਨਾ। ਜਦੋਂ ਕੋਈ ਚੀਜ਼ ਇੱਕ ਦੂਸਰੀ ਚੀਜ਼ ਦੇ ਵਿੱਚ ਮਿਕਸ ਹੋ ਜਾਂਦੀ ਹੈ, ਸਮਾ ਜਾਂਦੀ ਹੈ, ਉਸ ਨੂੰ ਕਹਿ ਦਿੰਦੇ ਨੇ ਹਲੂਣ ਕਰਨਾ। ਜਿਵੇਂ ਗੰਗਾ ਸਮੁੰਦਰ ਵਿੱਚ ਹਲੂਣ ਹੋ ਗਈ, ਮਿਕਸ ਹੋ ਗਈ, ਸਮਾ ਗਈ, ਉਸ ਨੂੰ ਕਹਿ ਦਿੰਦੇ ਹਨ ਹਲੂਣ ਕਰਨਾ। ਉਸੀ ਪ੍ਰਕਾਰ ਮਹੱਲਾ ਸ਼ਬਦ ਦਾ ਅਰਥ ਹੈ ਜਿਸ ਵਿੱਚ ਹਲੂਣ ਹੋਣਾ ਹੋਵੇ। ਜਿਵੇਂ ਗੰਗਾ ਸਮੁੰਦਰ ਵਿੱਚ ਹਲੂਣ ਹੋ ਗਈ, ਜਿਸ ਵਿੱਚ ਹਲੂਣ ਹੋ ਗਈ ਉਸ ਨੂੰ ਮਹੱਲਾ ਕਹਿੰਦੇ ਹਨ, ਅਤੇ ਮਿਕਸ ਹੋਣ ਦੀ ਸਾਰੀ ਪ੍ਰਕਿਰਿਆ ਨੂੰ ਹਲੂਣ ਕਰਨਾ ਕਹਿੰਦੇ ਨੇ। ਉਸੀ ਪ੍ਰਕਾਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਹੜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਗੰਮੀ ਜੋਤ ਹੈ, ਜਿਸ ਨੇ ਸਾਖਸ਼ਾਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਧਾਰਿਆ।
ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟਿਐ। ਜਦੋਂ ਉਹੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਵੇਸ਼ ਹੋਈ। ਮਹੱਲਾ ਦੂਜਾ। ਜਦੋਂ ਉਹੀ ਜੋਤ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਉਹੀ ਜੋਤ ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਵੇਸ਼ ਹੋਈ। ਮਹੱਲਾ ਤੀਜਾ। ਇਸ ਪ੍ਰਕਾਰ ਮਹੱਲਾ ਚੌਥਾ ਤੇ ਮਹੱਲਾ ਪੰਜਵਾ। ਭੱਟ ਸਹਿਬਾਨ ਕਹਿੰਦੇ ਹਨ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਓ। ਭੱਟ ਕਹਿੰਦੇ ਹਨ ਕਿ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਧਿਆ ਲੈਣਾ ਕੀਤਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ, ਕਿਉਂਕਿ ਗੁਰ ਅਰਜਨ ਪ੍ਰਤੱਖ ਹਰ ਸਾਖਸ਼ਾਤ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਰਮਾਤਮਾ ਦਾ ਸਰਗੁਣ ਅਵਤਾਰ ਹਨ। ਸੋ ਪੰਚਮ ਪਾਤਸ਼ਾਹ ਜੀ ਸਾਡੇ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਹਨ, ਗੁਰ ਪੂਰੈ ਚਰਨੀ ਲਾਇਆ। ਗੁਰ ਸੰਗਤ ਜੀ ਹਿੰਦੀ ਭਾਸ਼ਾ ਦਾ ਸ਼ਬਦ ਵੀ ਹੈ, ਜਿਸ ਦਾ ਮਤਲਬ ਹੁੰਦਾ ਹੈ ਪੂਜਨੀਕ, ਪਰਮ ਪੂਜਨੀਕ ਜੋ ਗੁਰੂ ਹੁੰਦਾ। ਤੇ ਗੁਰੂ ਵੀ ਸੰਗਤ ਜੀ ਵਿਦਵਾਨ ਜਨ ਕਹਿੰਦੇ ਹਨ, ਗੱਗੇ ਨੌਕੜ ਤੋਂ ਭਾਵ ਅਗਿਆਨ, ਤੇ ਜਿਹੜਾ ਰਾਰਾ ਰਾਰੇ ਨੂੰ ਸਿਹਾਰੀ ਤੋਂ ਭਾਵ ਲੈਂਦੇ ਹਨ ਹਿਰਦੇ ਵਿੱਚ ਜੋ ਅਗਿਆਨਤਾ ਕਾਰਨ ਹਨੇਰਾ ਛਾਇਆ ਹੋਇਆ, ਉਸ ਹਿਰਦੇ ਰੂਪੀ ਹਨੇਰੇ ਦੇ ਤਾਈਂ ਦੂਰ ਕਰਨ ਵਾਸਤੇ ਜੋ ਗੁਰੂ ਦਾ ਸ਼ਬਦ ਹੈ, ਰਾਰੇ ਨੂੰ ਸਿਹਾਰੀ ਭਾਵ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਦੀ ਸਿੱਖਿਆ ਤੋਂ ਬਿਨਾ ਬੰਦੇ ਨੂੰ ਪਰਮਾਰਥ ਦੇ ਰਸਤੇ ਦੀ ਸੋਝੀ ਨਹੀਂ ਆ ਸਕਦੀ। ਸੋ ਵਿਦਵਾਨ ਜਨ ਕਹਿੰਦੇ ਹਨ, ਗੱਗੇ ਨੌਕੜ ਤੋਂ ਭਾਵ ਅਗਿਆਨ ਤੇ ਰਾਰੇ ਤੋਂ ਭਾਵ ਹੈ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ। ਗੁਰੂ ਵੀ ਦੋ ਪ੍ਰਕਾਰ ਦਾ ਹੁੰਦਾ, ਇੱਕ ਹੁੰਦਾ ਹੈ ਬ੍ਰਹਮ ਸਰੋਤਰੀ, ਇੱਕ ਹੁੰਦਾ ਹੈ ਬ੍ਰਹਮ ਨਿਸ਼ਟੀ। ਬ੍ਰਹਮ ਸਰੋਤਰੀ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੇ ਧਾਰਮਿਕ ਗ੍ਰੰਥ ਪੜ੍ਹੇ ਹੋਏ ਹਨ, ਜਿਵੇਂ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਧਾਰਮਿਕ ਗ੍ਰੰਥਾਂ ਨੂੰ ਕੇਵਲ ਤੇ ਕੇਵਲ ਪੜ੍ਹਿਆ ਹੀ ਹੋਵੇ, ਉਸ ਨੂੰ ਕਹਿੰਦੇ ਹਨ ਬ੍ਰਹਮ ਸਰੋਤਰੀ। ਸਰੋਤਰੀ ਤੋਂ ਭਾਵ ਧਾਰਮਿਕ ਗ੍ਰੰਥ। ਅਤੇ ਬ੍ਰਹਮ ਨਿਸ਼ਟੀ, ਜਿਸ ਨੇ ਸਾਰੀ ਬ੍ਰਹਮ ਵਿਦਿਆ ਨੂੰ ਪੜ੍ਹਿਆ ਹੋਵੇ, ਮੰਨਿਆ ਹੋਵੇ ਤੇ ਕਮਾਇਆ ਹੋਵੇ, ਅਤੇ ਉਸ ਨੂੰ ਗੁਰੂ ਕਹਿੰਦੇ ਹਨ। ਬ੍ਰਹਮ ਸਰੋਤਰੀ ਤੇ ਬ੍ਰਹਮ ਨਿਸ਼ਟੀ ਭਾਵ ਜਿਸ ਨੇ ਵਿਦਿਆ ਪੜ੍ਹੀ ਵੀ ਹੋਵੇ, ਜਿਸ ਨੇ ਵਿਦਿਆ ਨੂੰ ਮਨ ਕਰਕੇ ਹਿਰਦੇ ਵਿੱਚ ਵਸਾ ਕਰਕੇ ਕਮਾਈ ਕੀਤੀ ਹੋਵੇ। ਸੋ ਐਸੇ ਜੇਕਰ ਗੁਰੂ ਦੀ ਕਲਯੁਗ ਸਮੇਂ ਦੇ ਅੰਦਰ ਸਿੱਖਾਂ ਦੇ ਤਾਈਂ ਭਾਲ ਹੋ ਜਾਣਾ ਕਰੇ, ਮਾਨਵਤਾ ਦੇ ਤਾਈਂ ਐਸਾ ਜਿਹੜਾ ਗੁਰੂ ਮਿਲ ਜਾਣਾ ਕਰੇ, ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਸ ਦੇ ਤਾਈਂ ਪੂਰੇ ਗੁਰੂ ਨੇ ਮਨੁੱਖ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਪਣੇ ਚਰਨਾਂ ਵਿੱਚ ਲਾ ਲੈਣਾ ਕੀਤਾ, ਐਸਾ ਜਿਹੜਾ ਪੂਰਾ ਗੁਰੂ ਹੈ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਲੱਭ ਲੈਣਾ ਕੀਤਾ, ਭਾਈ ਖਵਾਜਾ ਜੀ ਦੇ ਵਾਂਗ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਸ ਵਕਤ ਰੋਹੇਲੇ ਦੀ ਜੰਗ ਜਲੰਧਰ ਦੇ ਸੂਬੇ ਨੂੰ ਮਾਰ ਕਰਕੇ, ਅਬਦੁਲ ਖਾਨ ਨੂੰ ਮਾਰ ਕਰਕੇ, ਨਵੀਂ ਨਗਰੀ ਪਾਪੀ ਘੇਰੜ ਭਗਵਾਨ ਦਾਸ ਨੂੰ ਮਾਰ ਕਰਕੇ, ਉਹਦੇ ਲੜਕੇ ਰਤਨ ਚੰਦ ਨੂੰ ਅਤੇ ਚੰਦੂ ਪਾਪੀ ਦੇ ਲੜਕੇ ਕਰਮ ਚੰਦ ਨੂੰ ਮਾਰ ਕਰਕੇ ਬੜੀ ਭਿਆਨਕ ਜੰਗ ਹੋਣਾ ਕੀਤੀ। ਉਸ ਜੰਗ ਨੂੰ ਸਮਾਪਤ ਕਰਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਵਾਂ ਨਗਰ ਸ੍ਰੀ ਹਰਗੋਬਿੰਦ ਰੱਖਣਾ ਕੀਤਾ। ਇਹ ਜੋ ਨਗਰ ਦਾ ਨਾਮ ਹੈ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਣਾ ਕੀਤਾ, ਕਿਉਂਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਅਤੇ ਹੋਰ ਬੇਅੰਤ ਸੰਗਤਾਂ ਨੂੰ ਨਾਲ ਲੈ ਕਰਕੇ ਬੀੜ ਬਾਬਾ ਬੁੱਢਾ ਸਾਹਿਬ ਤੋਂ ਚੱਲ ਕਰਕੇ ਸ੍ਰੀ ਹਰਗੋਬਿੰਦਪੁਰ ਪਹੁੰਚਦੇ ਹਨ ਅਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿੰਦੇ ਹਨ।
उस समय जेड़ा विश्वकर्मा देवता ਉਹ ਮਨੁੱਖਾ ਸਰੀਰ ਧਾਰਨ ਕਰਕੇ ਉਹ ਜੋ ਮੇਘ ਨਾਮ ਧਾਰਨ ਕਰਕੇ ਆਉਂਦਾ ਅਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਵੇਂ ਨਗਰ ਦੀ ਸਾਰੀ ਸੇਵਾ ਲੈ ਲੈਂਦਾ। ਪਾਤਸ਼ਾਹ ਜੀ ਕਾਰੀਗਰਾਂ ਦਾ ਉਸ ਨੂੰ ਮੁਖੀ ਬਣਾ ਦਿੰਦੇ ਹਨ ਕਿ ਜੇਕਰ ਤੂੰ ਆਪਣਾ ਜੀਵਨ ਸਫਲ ਕਰਨ ਵਾਸਤੇ ਆਇਆ ਤਾਂ ਗੁਰੂ ਘਰ ਦੀ ਸੇਵਾ ਸੰਗਤ ਜੀ ਕਿੰਨੀ ਮਹਾਨ ਹੈ, ਕਿੰਨੀ ਮਹਿਮਾ ਹੈ। ਬਾਣੀ ਦੇ ਸ਼ਬਦ ਹਨ, ਇਸ ਦੇਹੀ ਕਉ ਸਿਮਰੈ ਦੇਵ ਸੋ ਦੇਹੀ ਭਜ ਹਰਿ ਕੀ ਸੇਵ। परमात्मा की सेवा करनी ही सब तो श्रेष्ठ है। सतगुर की सेवा सफल है जे को करे चित लाए। सो विश्वकर्मे देवते ने पातशाह जी दियां इन्हां धुरकी बाणी दियां पंक्तियां नूं समझिया, मनुखा शरीर धारण करके सेवा करन वास्ते आउंदा ते नगरी बहुत सुंदर बनाउंदे हन। जदों नगरी सारी तैयार हो जाती उस वक्त देवता आकर के कहता है, पातशाह जी आप जीवियां दी किरपा दे सदका नवी नगरी दे सारे घर मकान गलियां दुकानां बाजार बन के तैयार हन। आप जी किरपा करनी करो, अपने पवित्र चरण पा करके इस नगरी नूं पवित्र करना करो। सो उस वक्त मेरी पीरी दे मालक सतगुरु सच्चे पातशाह जी ब्रह्म ज्ञानी बाबा बुढ़ा साहब जी का हथ फड़ करके अपने नाल नगरी विच विचरदे हन। नवी नगरी तो विचरण तो बाद पातशाह जी तिन्हां दे पास बाबा बिधि चंद साहब जी बेनती करते हैं, सतगुरु सच्चे पातशाह जी बेनती है, नवी नगरी उसार दिती पर नगरी का नाम नहीं रखिया। आप जी कृपा करो नवी नगरी का नाम रखना करो तां जो आने वाले समय के अंदर रहिंदी दुनिया तक ये नगरी जिहड़ी आप जियां ने वसाउणा कीती है, जिहड़ी सेवा आप जियां ने अपनी सरप्रस्ती दी अधीन करवाई, उस नगरी नूं पातशाह जी आप अपने मखार बिंद तो नाम उचार करके नगरी का नामकरण करो। उस वक्त पातशाह जी बड़े प्रसन्न हुंदे हन। बाबा बिधि चंद जी दे ताए कहंदे हन कि तुसीं बहुत सुंदर बचना कीता है, जित बोलिया पत पाई है सो बोलिया प्रवान। बाणी दे महावाक हन। जिस गल नूं करके विचार नूं करके इज्जत मिले ना, जिस गल नूं प्रवान हो जाना करे, वो गल बंदे नूं सियाणी करनी चाहिदी है। सियाणी गल बाबा बिधि चंद साहब जी ने कीती। ਅਤੇ ਪਾਤਸ਼ਾਹ ਜੀ ਕਹਿੰਦੇ ਹਨ, ਇਹ ਤਾਂ ਨਵੀਂ ਨਗਰੀ ਦਾ ਨਾਮ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਏ ਹੋਏ ਹਨ, ਇਹੀ ਆਪਣੇ ਮੁਖਾਰ ਬਿੰਦ ਤੋਂ ਉਚਾਰਨਾ ਕਰਨਗੇ। ਸੋ ਪਾਤਸ਼ਾਹ ਜੀ ਦੇ ਬੇਨਤੀ ਕਰਨ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਨ, ਸਤਿਗੁਰੂ ਜੀ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਉਣਾ ਕੀਤਾ, ਧੰਨ ਗੁਰੂ अंगद देव सच्चे पातशाह जी ने खडूर नगर नूं भाग लाउणा कीते, चरण छोह प्राप्त उस नगर नूं होना कीती, तां खडूर तो की बन गया श्री खडूर साहिब। उस प्रकार पातशाह जी गोबिंदवाल गोबिंदपुरी जलन तीर विपास बनायो तीसरे स्वरूप दे विच सिख संगत दे पार उतारे वास्ते धन गुरु अमरदास सच्चे पातशाह जी ने श्री गोबिंदवाल पुरी वसाई। धन गुरु रामदास सच्चे पातशाह जी ने श्री रामदासपुर सोना कीता, वसदी सगन अपार अनूप रामदासपुर। धन गुरु अर्जन देव सच्चे पातशाह जी ने अमृतसर साहिब नगर वसाउणा कीता, श्री तरन तारण साहिब नगर वसाउणा कीता। सो पातशाह जी आप जी कृपा करो, ये जो नवा नगर है ये हुण आप जियां दे नाम दे उपर ही प्रगट होना करे, मेरी बेनती है। सो इस प्रकार संगत जी बाबा बुढ़ा साहब जी ने रोहेले नगर का नाम कट करके पातशाह जी दे बेनती करन ते श्री हरगोबिंदपुर रखना कीता। सो रहिंदी दुनिया तक ये नगर जानिया जाएगा। सो पातशाह जी दे चरनां दे विच भाई खवाजा जी आउंदे ने, जो कि मुसलमान घराणे विचों संबंध रखते सन। सो भाई खवाजा जी पातशाह जी दे तबेले दे विच जो पातशाह जी की सवारी वास्ते घोड़ा होया करदा, उस घोड़े की जिहड़ी सेवा है बड़ी शरधा भावना दे नाल करया करदे। बाणी दे महावाक हन, आप गवाए सेवा करे ताकिश पाए मान। भाई खवाजा जी की ये खासियत सी
कि जदों भी सेवा करते हैं ਤਾਂ ਮਨ ਦੀਆਂ ਬਿਰਤੀਆਂ ਨੂੰ ਮਨ ਲਗਾ ਕਰਕੇ ਲਗਨ ਦੇ ਸਹਿਤ ਸੇਵਾ ਕਰਦੇ ਹਨ। ਸੇਵਾ ਕਰਦੇ ਨੇ, ਵੇਲੇ ਟਾਈਮ ਨਾਮ ਜਪਦੇ ਹਨ, ਹੋਰ ਕਿਸੇ ਦੇ ਨਾਲ ਵਾਧੂ ਦੇ ਬਚਨ ਬਿਲਾਸ ਨਹੀਂ ਕਰਦੇ, ਆਪਣੇ ਆਪ ਵਿੱਚ ਮਸਤ ਰਹਿੰਦੇ ਨੇ, ਸੇਵਾ ਕਰਦੇ ਨੇ। ਸੋ ਪਾਤਸ਼ਾਹ ਜੀ ਦੇ ਤਾਂ ਹੀ ਉਹਨਾਂ ਦੀ ਇਹ ਸੇਵਾ ਭਾ ਜਾਣਾ ਕੀਤੀ। ਸੋ ਜਿਸ ਵਕਤ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਸ਼੍ਰੀ ਹਰਗੋਬਿੰਦ ਨਗਰੀ ਤੋਂ ਬਾਹਰ ਵਿਚਰਦੇ ਹਨ ਤਾਂ ਭਾਈ ਖਵਾਜਾ ਜੀ ਪਾਤਸ਼ਾਹ ਜੀ ਦੇ ਘੋੜੇ ਦੇ ਅੱਗੇ ਅੱਗੇ ਜਾ ਕਰਕੇ ਵਿਚਰਦਾ, ਅੱਗੇ ਅੱਗੇ ਤੁਰਦਾ ਭੱਜਦਾ। ਗਰਮੀ ਦੇ ਦਿਨ ਸਨ, ਜਿਸ ਕਰਕੇ ਬਹੁਤ ਸਾਰਾ ਪਸੀਨਾ ਇਹਨਾਂ ਦੇ ਤਾਂ ਹੀ ਆਉਣਾ ਕੀਤਾ, ਸਾਰੇ ਕੱਪੜੇ ਪਸੀਨੇ ਨਾਲ ਭਿੱਜ ਜਾਣਾ ਕੀਤੇ। ਪਰ ਨੰਗੇ ਪੈਰੀ ਤੁਰ ਰਹੇ ਹਨ, ਭੱਜ ਰਹੇ ਹਨ, ਸਰੀਰ ਦੀ ਪਰਵਾਹ ਹੀ ਨਹੀਂ ਕੀਤੀ। ਸੇਵਾ ਵਿੱਚ ਇੰਨੇ ਨਿਸ਼ਕਾਮ ਹੋ ਗਏ ਹਨ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਉਸ ਵਕਤ ਭਾਈ ਖਵਾਜਾ ਜੀ ਦੀ ਸ਼ਰਧਾ ਭਾਵਨਾ ਨੂੰ, ਸੇਵਾ ਨੂੰ ਪਾਤਸ਼ਾਹ ਜੀ ਨੇ ਥਾਏ ਪਾਉਣ ਵਾਸਤੇ ਭਾਈ ਖਵਾਜਾ ਜੀ ਦੀ ਐਸੀ ਹਾਲਤ ਦੇ ਉੱਪਰ ਮਹਾਨ ਕਿਰਪਾ ਦ੍ਰਿਸ਼ਟੀ ਕਰਨਾ ਕੀਤੀ। ਪਾਤਸ਼ਾਹ ਜੀ ਭਾਈ ਖਵਾਜਾ ਜੀ ਤੇ ਪਸੀਚ ਗਏ ਅਤੇ ਭਾਈ ਖਵਾਜਾ ਜੀ ਦੇ ਤਾਂ ਹੀ ਆਪਣੇ ਪਾਸ ਬੁਲਾ ਕਰਕੇ ਬਚਨ ਕੀਤੇ ਕਿ ਸਿੱਖਾ, ਐਸੀ ਕਿਹੜੀ ਇੱਛਾ ਆਪਣੇ ਮਨ ਵਿੱਚ ਧਾਰ ਕਰਕੇ ਤੂੰ ਸੇਵਾ ਕਰਦਾ? ਅਸੀਂ ਤੇਰੀ ਸੇਵਾ ਤੋਂ ਤੀਨ ਪ੍ਰਸੰਨ ਹਾਂ। ਬਖਾਰ ਬਿੰਦ ਤੋਂ ਜੋ ਵੀ ਤੂੰ ਬਚਨ ਕਹਿਣਾ ਕਰੇ, ਤੇਰੇ ਬਚਨ ਅਸੀਂ ਜ਼ਰੂਰ ਪੂਰੇ ਕਰਾਂਗੇ। ਜੋ ਵੀ ਤੇਰੇ ਮਨ ਦੇ ਵਿੱਚ ਮੁਰਾਦ ਹੈ ਸਾਡੇ ਪਾਸੋਂ ਮੰਗ ਲੈਣੀ ਕਰ। ਤੇਰੀ ਸੇਵਾ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਸੰਨ ਹਾਂ। ਸੋ ਉਸ ਵਕਤ ਭਾਈ ਖਵਾਜਾ ਜੀ ਗਲ ਵਿੱਚ ਹਜੂਰੀਆ ਪਾ ਕਰਕੇ, ਪੱਲੇ ਵਿੱਚ ਦੋਵੇਂ ਹੱਥ ਜੋੜ ਕਰਕੇ ਅਰਦਾਸ ਬੇਨਤੀ ਕਰਦੇ ਹਨ, ਪਾਤਸ਼ਾਹ ਜੀ ਗੁਰੂ ਘਰ ਦੀ ਸੇਵਾ ਇਤਨੀ ਮਹਾਨ ਹੈ। ਜਦੋਂ ਆਪ ਜੀਆਂ ਦੇ ਚਰਨਾਂ ਦੀ ਸੇਵਾ ਕਰਨਾ ਕੀਤੀ, ਆਪ ਜੀਆਂ ਦੇ ਚਰਨਾਂ ਵਿੱਚ ਪਹੁੰਚਿਆ, ਆਪ ਜੀ ਦੀ ਧੁਰਕੀ ਬਾਣੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੀਰਤਨ ਸਰਵਣ ਕੀਤਾ, ਆਪ ਜੀ ਦੀ ਮਖਾਰ ਬਿੰਦ ਤੋਂ ਕਥਾ ਸਰਵਣ ਕੀਤੀ। ਸੋ ਪਾਤਸ਼ਾਹ ਜੀ ਦੁਨਿਆਵੀ ਪਦਾਰਥਾਂ ਦੀ ਇੱਛਾ ਖਤਮ ਹੀ ਹੋ ਗਈ ਹੈ। ਮੇਰੇ ਤਾਈ ਇਹ ਜਿਹੜੇ ਦੁਨਿਆਵੀ ਪਦਾਰਥ ਹਨ ਨਾਸ਼ਵਾਨ ਹਨ, ਜਿਹੜਾ ਨਾਲ ਨਿਭਣ ਵਾਲਾ ਹੈ ਪਰਮਾਤਮਾ ਦਾ ਨਾਮ ਹੀ ਹੈ। ਸੋ ਪਾਤਸ਼ਾਹ ਜੀ ਜੇਕਰ ਆਪ ਜੀ ਮੇਰੇ ਤਾਈ ਮਹਾਨ ਕਿਰਪਾ ਦੇ ਘਰ ਵਿੱਚ ਆਏ ਹੋਏ ਹੋ ਤਾਂ ਕਿਰਪਾ ਕਰੋ, ਮੇਰੇ ਤਾਈ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਆਪ ਜੀਆਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਜਿਹੜਾ ਮੇਰਾ ਮਨ ਹੈ ਪ੍ਰੇਮ ਦੇ ਸਹਿਤ ਲੱਗੇ ਰਹਿਣਾ ਕਰੇ। ਆਪ ਜੀਆਂ ਦੇ ਚਰਨਾਂ ਦੇ ਵਿੱਚ, ਆਪ ਜੀਆਂ ਦੀ ਸੇਵਾ ਵਿੱਚ, ਆਪ ਜੀਆਂ ਦੀ ਭਗਤੀ ਵਿੱਚ, ਆਪ ਜੀਆਂ ਦੀ ਭਗਤੀ ਦੇ ਰੰਗ ਵਿੱਚ ਮੇਰਾ ਜਿਹੜਾ ਮਨ ਹੈ ਹਮੇਸ਼ਾ ਰੰਗਿਆ ਰਹਿਣਾ ਕਰੇ। ਇਹ ਬੇਨਤੀ ਹੈ। ਸੋ ਪਾਤਸ਼ਾਹ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਉਹਨਾਂ ਦੀ ਸ਼ਰਧਾ ਭਾਵਨਾ ਨੂੰ ਭਾਗ ਲਾਏ, ਉਹਨਾਂ ਦੀ ਸੇਵਾ ਪ੍ਰਵਾਨ ਕੀਤੀ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਮਹਾਨ ਪਿਛਲੇ ਜਨਮਾਂ ਦੇ ਵਿੱਚ ਚੰਗੇ ਕਰਮ ਕੀਤੇ, ਜਿਨ੍ਹਾਂ ਦੇ ਚੰਗੇ ਕਰਮਾਂ ਦਾ ਫਲ ਕਲਯੁਗ ਸਮੇਂ ਦੇ ਵਿੱਚ ਉਹਨਾਂ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਰੂਪ ਵਿੱਚ ਹੋਣਾ ਕੀਤਾ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕੀਤਾ ਹੈ, ਜਿਨ੍ਹਾਂ ਦਾ ਮਨ ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਣਾ ਕੀਤਾ, ਜਿਨ੍ਹਾਂ ਨੇ ਆਪਣਾ ਮਨ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਹੋਇਆ ਹੈ, ਹਰ ਸੰਗ ਸਹਾਈ ਪਾਇਆ। ਜਿਹੜਾ ਪਰਮਾਤਮਾ ਹਮੇਸ਼ਾ ਹੀ ਇਸ ਜੀਵ ਰੂਪ ਇਸਤਰੀ ਦੇ ਅੰਗ ਸੰਗ ਸਹਾਈ ਰਹਿੰਦਾ, ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚ ਸਮਾਇਆ ਰਹਿੰਦਾ। ਪੰਡਤ ਹਰਦਿਆਲ ਜੀ ਕਹਿੰਦੇ ਹਨ, ਉਹ ਕਹਿੰਦੇ ਹਨ ਰੱਬ ਤਾਂ ਸਾਰਿਆਂ ਵਿੱਚ ਹੀ ਹੈ। ਜੋਗੀ ਹਿਰਦੈ ਨਿਵਾਸ ਜੋ, ਭੋਗੀ ਹਿਰਦੈ ਉਦਾਸ। ਜਿਹੜਾ ਪਰਮਾਤਮਾ ਹੈ ਹੁੰਦਾ ਸਾਰਿਆਂ ਦੇ ਅੰਦਰ ਹੈ, ਪਰ ਪਰਮਾਤਮਾ ਨੂੰ ਵੇਖਣ ਦੀ ਦ੍ਰਿਸ਼ਟੀ ਕਈਆਂ ਦੇ ਪਾਸ ਹੁੰਦੀ ਹੈ ਤੇ ਕਈਆਂ ਦੇ ਪਾਸ ਹੁੰਦੀ ਨਹੀਂ। ਸੋ ਜੋਗੀਆਂ ਦੇ ਹਿਰਦਿਆਂ ਦੇ ਵਿੱਚ ਜਿਹੜਾ ਪਰਮਾਤਮਾ ਹੈ, ਸੰਗਰ ਜੀ ਹਮੇਸ਼ਾ ਜੋਗੀਆਂ ਨੂੰ ਸਾਖਸ਼ਾਤ ਦਿਖਾਈ ਦਿੰਦਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਹੜੀ ਜੋਤ ਪਰਮਾਤਮਾ ਨੇ ਉਹਨਾਂ ਦੇ ਹਿਰਦੇ ਵਿੱਚ ਗਿਆਨ ਦੀ ਜਗਾਉਣਾ ਕੀਤੀ ਹੈ, ਉਹ ਜੋਤ ਦੇ ਦੁਆਰਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਲੈਂਦੇ ਹਨ ਅਤੇ
ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਉਹ ਪਰਮਾਤਮਾ ਹਮੇਸ਼ਾ ਜਿਹੜਾ ਇਹਨਾਂ ਦੇ ਅੰਗ ਸੰਗ ਸਹਾਈ ਹੁੰਦਾ ਹੈ। ਜਿਹੜੇ ਬੰਦੇ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਭੋਗਾਂ ਵਿੱਚ ਲੱਗੇ ਰਹਿੰਦੇ ਹਨ, ਉਹਨਾਂ ਦੇ ਹਿਰਦਿਆਂ ਵਿੱਚ ਪਰਮਾਤਮਾ ਉਦਾਸ ਹੁੰਦਾ। ਜੋਗ ਕੀ ਹੈ? ਵਿਦਵਾਨ ਜਨ ਕਹਿੰਦੇ ਹਨ ਕਿ ਆਪਣੀਆਂ ਚਿੱਤ ਦੀਆਂ ਬਿਰਤੀਆਂ ਨੂੰ ਦੁਨਿਆਵੀ ਪਦਾਰਥਾਂ ਵੱਲੋਂ, ਦੁਨਿਆਵੀ ਵਿਸ਼ੇ ਵਿਕਾਰਾਂ ਵੱਲੋਂ ਜਾਣ ਤੋਂ ਰੋਕਣਾ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਗੁਰੂ ਵੱਲ ਜੋੜਨ ਦਾ ਨਾਮ ਹੀ ਜੋਗ ਹੈ। ਸੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਪ੍ਰਮਾਤਮਾ ਹਰ ਵਕਤ ਉਸ ਦੇ ਅੰਗ ਸੰਗ ਸਹਾਈ ਹੋ ਕਰਕੇ ਉਸ ਦੇ ਨਾਲ ਰਹਿੰਦਾ ਹੈ, ਉਸ ਪ੍ਰਮਾਤਮਾ ਨੂੰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸੇਵਾ ਕਰਨ ਦੇ ਨਾਲ ਇਸ ਨੇ ਪਾ ਲੈਣਾ ਕੀਤਾ ਹੈ। ਪਾਤਸ਼ਾਹ ਜੀ ਦਾ ਬਚਨ ਯਾਦ ਆਇਆ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਿਛ ਗਿਆਨਾ, ਘਟ ਹੀ ਭੀਤਰ ਬਸਤ ਨਿਰੰਜਨ, ਤਾ ਕੋ ਮਰਮ ਨਾ ਜਾਣਾ। ਇਹ ਜਿਹੜਾ ਮਨ ਹੈ ਬੜਾ ਚੰਚਲ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸੁਰ ਵਿਖਿਆਨ ਕੋ ਧਾਵਤ, ਕਿਹੇ ਬਿਦ ਰੋਕੋ ਤਾਹੇ। ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕਲਯੁਗ ਸਮੇਂ ਦੇ ਅੰਦਰ ਸਤਿਗੁਰਾਂ ਜੀ ਦੀ ਕਿਰਪਾ ਸਦਕਾ ਹੀ ਸੰਭਵ ਹੈ। ਜੇਕਰ ਸਤਿਗੁਰੂ ਜੀ ਕਿਰਪਾ ਕਰਨ, ਬੰਦੇ ਦਾ ਧਿਆਨ ਸਤਿਗੁਰਾਂ ਜੀ ਦੀ ਧੁਰ ਕੀ ਬਾਣੀ ਦੇ ਕੀਰਤਨ ਵੱਲ ਹੈ, ਬੰਦੇ ਦੇ ਮਨ ਦਾ ਧਿਆਨ ਧੁਰ ਕੀ ਬਾਣੀ ਦੀ ਅਗਾਧ ਬੋਧ ਕਥਾ ਵੱਲ ਹੈ, ਤਾਂ ਸਮਝ ਲੈਣਾ ਕਰੋ ਤੁਹਾਡੇ ਤੇ ਗੁਰੂ ਦੀ ਮਹਾਨ ਕਿਰਪਾ। ਪਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਕਲਯੁਗ ਸਮੇਂ ਦੇ ਅੰਦਰ ਕਲਯੁਗ ਦਾ ਪ੍ਰਭਾਵ ਇੰਨਾ, ਕਲਯੁਗੀ ਜੀਵਾਂ ਦਾ ਜਿਹੜਾ ਮਨ ਹੈ ਗੁਰੂ ਵਾਲੇ ਪਾਸੇ ਆਉਂਦਾ ਹੀ ਨਹੀਂ। ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਮਾਈ, ਹੇ ਪ੍ਰਮਾਤਮਾ, ਤੂੰ ਮੇਰੀ ਮਾਤਾ ਸਰੂਪ ਹੈ ਅਤੇ ਜਿਹੜਾ ਮਨ ਹੈ ਮੇਰੇ ਵੱਸੋਂ ਬਾਹਰ ਹੈ। ਮਾਨਵਤਾ ਦੇ ਤਾਈਂ ਉਪਦੇਸ਼ ਦਿੰਦੇ ਹਨ ਕਿ ਦਿਨ ਰਾਤ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਵਿੱਚ ਦੌੜ ਰਿਹਾ, ਦਿਨ ਰਾਤ ਉਹਨਾਂ ਦੀ ਪ੍ਰਾਪਤੀ ਦੇ ਯਤਨ ਕਰਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਵੇਦ ਪ੍ਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾ ਹੀਏ ਵਿਸਾਵੈ, ਪਰ ਧਨ ਪਰਦਾਰਾ ਸਿਉ ਰਚਿਓ, ਬਿਰਥਾ ਜਨਮ ਸਰਾਵੈ। ਸੰਗਤ ਵਿੱਚ ਆਉਂਦਾ ਅਤੇ ਸੰਗਤ ਵਿੱਚ ਆ ਕਰਕੇ ਵੀ ਧਾਰਮਿਕ ਗ੍ਰੰਥਾਂ ਦੇ ਧੁਰ ਕੀ ਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਰੱਤੀ ਮਾਤਰ ਵੀ ਆਪਣੇ ਹਿਰਦੇ ਵਿੱਚ ਵਸਾਉਂਦਾ ਨਹੀਂ, ਮਨ ਦੇ ਵਿੱਚ ਲੈ ਕੇ ਨਹੀਂ ਆਉਂਦਾ। ਹਮੇਸ਼ਾ ਹੀ ਪਰਾਈ ਇਸਤਰੀ ਅਤੇ ਪਰਾਏ ਧਨ ਨੂੰ ਚੁਰਾਉਣ ਵਾਸਤੇ, ਪਰਾਏ ਧਨ ਦੀ ਪ੍ਰਾਪਤੀ ਵਾਸਤੇ ਹੀ ਜਨਮ ਨੂੰ ਵਿਅਰਥ ਗਵਾ ਰਿਹਾ। ਅਤੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਦ ਮਾਇਆ ਕੈ ਭਇਓ ਬਾਵਰੋ, ਸੂਝਤ ਨਹਿ ਕਛ ਗਿਆਨਾ। ਇਹ ਜਿਹੜੀ ਮਾਇਆ ਦੇ ਬਾਬਤ ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇਹ ਜਿਹੜੀ ਮਾਇਆ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਕੇਵਲ ਤੇ ਕੇਵਲ ਕੱਖਾਂ ਦੀ ਅੱਗ ਦੇ ਸਮਾਨ ਹੈ, ਬੱਦਲਾਂ ਦੀ ਛਾਇਆ ਦੇ ਵਾਂਗ ਹੈ, ਛਾਂ ਦੇ ਵਾਂਗ ਹੈ। ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਸਰਬ ਸ੍ਰੇਸ਼ਟ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ, ਮਨ ਐਸਾ ਇਹ ਮਾਇਆ ਦੇ ਹੰਕਾਰ ਦੇ ਵਿੱਚ ਆ ਕਰਕੇ, ਮਾਇਆ ਦੇ ਨਸ਼ੇ ਵਿੱਚ ਆ ਕਰਕੇ ਹੰਕਾਰ ਕਰਦਾ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਇਸ ਦੇ ਅੰਗ ਸੰਗ ਸਹਾਈ ਰਹਿੰਦਾ, ਉਸ ਦੇ ਭੇਦ ਨੂੰ ਜਾਣ ਨਹੀਂ ਸਕਦਾ। ਪਾਤਸ਼ਾਹ ਜੀ ਕਹਿੰਦੇ ਹਨ, ਉਹ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਬੜੀ ਮਹਾਨ ਕਿਰਪਾ ਕੀਤੀ, ਜਿਨ੍ਹਾਂ ਨੂੰ ਐਸੀ ਸੂਝੀ ਦੇਣਾ ਕੀਤੀ, ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਨ੍ਹਾਂ ਦੇ ਤਾਈਂ ਗੁਰੂ ਦੀ ਕਿਰਪਾ ਦੇ ਸਦਕਾ ਹਿਰਦੇ ਵਿੱਚ ਗਿਆਨ ਦੀ ਜਿਹੜੀ ਕਿਰਨ ਹੈ ਆਉਣਾ ਕੀਤੀ, ਗਿਆਨ ਪ੍ਰਗਟ ਹੋਣਾ ਕੀਤਾ। ਸੋ ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਉਹ ਜਿਹੜੀ ਜੋਤ ਐਸ ਨੇ ਵੇਖਣਾ ਕੀਤੀ, ਪਰਮਾਤਮਾ ਨੂੰ ਪਾਉਣਾ ਕੀਤਾ। ਜਹ ਜਾਈਐ ਤਹਾ ਸੁਹੇਲੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪੂਰੇ ਗੁਰੂ ਦੇ ਚਰਨਾਂ ਵਿੱਚ ਮਨ ਨੂੰ ਲਾਇਆ ਹੋਇਆ, ਜਿਨ੍ਹਾਂ ਨੇ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੋਇਆ ਹੈ, ਉਹ ਜਿੱਥੇ ਵੀ ਜਾਂਦਾ ਹੈ ਹਮੇਸ਼ਾ ਸੁਖੀ ਹੀ ਰਹਿੰਦਾ ਹੈ। ਉਸ ਦੇ ਤਾਈਂ ਜਿਹੜੇ ਦੁੱਖ ਹਨ ਨਹੀਂ ਆਉਣਾ ਕਰਦੇ। ਕਰ ਕਿਰਪਾ ਪ੍ਰਭ ਮਿਲੇ। ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਪ੍ਰਭੂ ਮਹਾਨ ਕਿਰਪਾ ਕਰੇ
ਪ੍ਰਭੂ ਨੇ ਮਹਾਨ ਕਿਰਪਾ ਕਰਕੇ ਮੇਰੇ ਤਾਈਂ ਆਪਣੇ ਚਰਨਾਂ ਵਿੱਚ ਮਿਲਾ ਲੈਣਾ ਕੀਤਾ ਹੈ। ਮਹਾਨ ਕਿਰਪਾ ਕੀਤੀ ਮੇਰੇ ਤੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਪਿਛਲੇ ਜਨਮਾਂ ਦੇ ਚੰਗੇ ਕੀਤੇ ਹੋਏ ਕਰਮਾਂ ਦੇ ਸਦਕਾ ਹੀ ਗੁਰੂ ਨੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕੀਤਾ। ਇਸੇ ਕਰਕੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ, ਹਰ ਗੁਣ ਗਾਵੋ ਸਦਾ ਸੁਭਾਈ। ਸੁਭਾਈ ਭਾਵ ਸ੍ਰੇਸ਼ਟ ਭਾਵਨਾ ਦੇ ਸਹਿਤ ਪ੍ਰੇਮ ਦੇ ਵਿੱਚ ਭਿੱਜ ਕਰਕੇ ਸਾਚ ਕਹੋ ਸੁਨ ਲੇਹੋ ਸਭੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਐਸੀ ਭਾਵਨਾ ਦੇ ਸਹਿਤ ਹਰੀ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰੋ। ਪੰਚਮ ਪਾਤਸ਼ਾਹ ਜੀ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਆਰੰਭਵੀਂ ਅਸ਼ਟਪਦੀ ਵਿੱਚ ਉਚਾਰਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਾਤਸ਼ਾਹ ਜੀ ਫਰਮਾਉਂਦੇ ਹਨ, ਉਸ ਪ੍ਰਮਾਤਮਾ ਨੂੰ ਮੈਂ ਸਿਮਰਿਆ ਅਤੇ ਸਿਮਰ ਸਿਮਰ ਕੇ ਮੈਂ ਪਾਰਾਵਾਰ ਤੋਂ ਰਹਿਤ ਸੁੱਖਾਂ ਨੂੰ ਆਨੰਦ ਨੂੰ ਪਾਉਣਾ ਕੀਤਾ ਹੈ। ਗੁਰੂ ਪਿਆਰੀ ਸੰਗਤ ਜੀ, ਆਪ ਜੀ ਵੀ ਕਿਰਪਾ ਕਰੋ, ਤੁਸੀਂ ਵੀ ਪ੍ਰਮਾਤਮਾ ਦੇ ਨਾਮ ਨੂੰ ਸਿਮਰੋ ਅਤੇ ਸਿਮਰ ਸਿਮਰ ਕੇ ਜਿਹੜੇ ਸੁੱਖ ਹਨ ਪਾਉਣਾ ਕਰੋ, ਆਨੰਦਾਂ ਨੂੰ ਪਾਉਣਾ ਕਰੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਹੜੇ ਕਲਯੁਗ ਦੇ ਕਲੇਸ਼ ਨੇ, ਰਾਗ ਦਵੈਸ਼ ਅਵਿਦਿਆ ਅਭਿਨਵੇਸ਼ ਇਤਿਆਦਿਕ, ਇਹ ਜਿਹੜੇ ਕਲੇਸ਼ ਹਨ ਬੰਦੇ ਨੂੰ ਦੁਖੀ ਕਰਨ ਵਾਲੇ, ਮਨ ਨੂੰ ਹਿਤਾਸ਼ ਕਰਨ ਵਾਲੇ, ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ, ਸਤਨਾਮ ਵਾਹਿਗੁਰੂ ਜਪ ਜਪ ਕੇ, ਮੂਲ ਮੰਤਰ ਜਪ ਕਰਕੇ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਜਿਹੜੇ ਕਲੇਸ਼ ਹਨ ਮਿਟਾਉਣਾ ਕਰੋ। ਪਾਤਸ਼ਾਹ ਜੀ ਵੀ ਸੋਰਠ ਰਾਗ ਦੇ ਅੰਦਰ ਇਸ ਪਵਿੱਤਰ ਸ਼ਬਦ ਵਿੱਚ ਵੀ ਉਚਾਰ ਰਹੇ ਹਨ ਕਿ ਪਰਮਾਤਮਾ ਦੇ ਨਾਮ ਨੂੰ ਸ੍ਰੇਸ਼ਟ ਭਾਵਨਾ ਦੇ ਸਹਿਤ ਗਾਉਣਾ ਕਰੋ, ਉਹਨਾਂ ਦੀ ਵਡਿਆਈ ਕਰਨਾ ਕਰੋ। ਮਨ ਚਿੰਦੇ ਸਗਲੇ ਫਲ ਪਾਵੋ, ਜੀਉ ਕੈ ਸੰਗ ਸਹਾਈ। ਜਿਹੜਾ ਪਰਮਾਤਮਾ ਹਮੇਸ਼ਾ ਹੀ ਇਸ ਜੀਵ ਰੂਪ ਇਸਤਰੀ ਦੇ ਹਿਰਦੇ ਵਿੱਚ ਵਸਦਾ ਹੈ, ਜਿਹੜਾ ਜੀਵ ਦੇ ਅੰਗ ਸੰਗ ਸਹਾਈ ਹੈ। ਪਰਮਾਤਮਾ ਦੀ ਸਿਫਤ ਨੂੰ ਕਰਕੇ, ਪਰਮਾਤਮਾ ਦੀ ਵਡਿਆਈ ਨੂੰ ਕਰਕੇ ਆਪਣੇ ਮਨ ਦੇ ਵਿੱਚ ਜੋ ਵੀ ਤੂੰ ਫਲ ਮੰਗਣੇ ਨੇ, ਜੋ ਵੀ ਮਨ ਇੱਛਤ ਮੁਰਾਦ ਹੈ ਮੰਗ ਲੈਣਾ ਕਰ। ਮੈਂ ਮਨ ਤਨ ਪ੍ਰਭੂ ਧਿਆਇਆ, ਜੀ ਇੱਛੜਾ ਫਲ ਪਾਇਆ। ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜੇ ਇੱਕ ਮਨ ਇੱਕ ਚਿੱਤ ਹੋ ਕਰਕੇ ਪਰਮਾਤਮਾ ਨੂੰ ਸਿਮਰਦੇ ਹਨ, ਯਾਦ ਕਰਦੇ ਹਨ, ਉਹਨਾਂ ਨੇ ਮੂੰਹੋਂ ਮੰਗੀਆਂ ਮੁਰਾਦਾਂ, ਮਨ ਦੇ ਵਿੱਚ ਜੋ ਵੀ ਇੱਛਾ ਸੀ ਉਸ ਦੇ ਸਹਿਤ ਜਿਹੜਾ ਫਲ ਹੈ ਨਾਮ ਨੂੰ ਸਿਮਰ ਕਰਕੇ ਪਾਉਣਾ ਕੀਤਾ ਹੈ। ਰਹਾਉ, ਰਹਾਉ ਦਾ ਸੰਗਤ ਜੀ ਵਿਦਵਾਨ ਜਨ ਬੇਅੰਤ ਅਰਥ ਕਰਦੇ ਨੇ। ਆਪ ਆਪਣੀ ਬੁੱਧ ਹੈ ਜੀਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਰਹਾਉ ਪਦ ਦੇ ਅਰਥ ਵਿਦਵਾਨ ਕਹਿੰਦੇ ਹਨ ਵਿਸ਼ਰਾਮ ਵੀ ਹੈ। ਰਹਾਉ ਪਦ ਦੇ ਅਰਥ ਵਿਦਵਾਨ ਜਨ ਕਹਿੰਦੇ ਹਨ ਕਿ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਜੋ ਸ਼ਬਦ ਦਾ ਕੇਂਦਰੀ ਭਾਵ ਸੈਂਟਰਲ ਆਈਡੀਆ ਹੋਇਆ ਕਰਦਾ ਅਤੇ ਬਾਕੀ ਸਾਰੀਆਂ ਪੰਕਤੀਆਂ ਦੇ ਵਿੱਚ ਸ਼ਬਦ ਦੀ ਵਿਆਖਿਆ ਹੁੰਦੀ ਹੈ। ਅਤੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਸ਼ਬਦ ਦੀ ਵਿਚਲੀ ਵਿਚਾਰਧਾਰਾ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ, ਕਈ ਵਾਰ ਪ੍ਰਸ਼ਨ ਵੀ ਹੁੰਦੇ ਹਨ। ਅਤੇ ਵਿਦਵਾਨ ਜਨ ਕਹਿੰਦੇ ਹਨ ਰਹਾਉ ਦਾ ਅਰਥ ਹੈ ਟਿਕਾਓ। ਰਹਾਉ ਦਾ ਅਰਥ ਹੈ ਸਦਾ ਰਹਿਣ ਵਾਲਾ। ਇਹ ਸਾਰੀ ਸ੍ਰਿਸ਼ਟੀ ਹੈ, ਸਦਾ ਰਹਿਣ ਵਾਲੀ ਨਹੀਂ। ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਹੈ, ਸਦਾ ਹੀ ਸਥਿਰ ਰਹਿਣ ਵਾਲੀ ਨਹੀਂ। ਭਗਤ ਕਬੀਰ ਜੀ ਬਾਣੀ ਵਿੱਚ ਫਰਮਾਉਂਦੇ ਹਨ, ਐਸੋ ਇਹੋ ਸੰਸਾਰ ਪੇਖਣਾ, ਰਹਿਣ ਨਾ ਕੂ ਪਈ ਹੈ ਰੇ। ਇਹ ਜਿਹੜਾ ਸੰਸਾਰ ਤੂੰ ਅੱਖਾਂ ਦੇ ਨਾਲ ਵੇਖ ਰਿਹਾ ਸਦਾ ਰਹਿਣ ਵਾਲਾ ਨਹੀਂ, ਇਹ ਨਾਸ਼ਵੰਤ ਹੈ, ਨਾਸ਼ ਹੋਣ ਵਾਲਾ। ਸੋ ਸਦਾ ਰਹਿਣ ਵਾਲਾ ਕੌਣ ਹੈ? ਪਰਮਾਤਮਾ। ਰਾਰੇ ਤੋਂ ਵਿਦਵਾਨ ਅਰਥ ਲੈਂਦੇ ਨੇ ਰਮੇ ਹੋਇਆ ਜੋ ਪਰਮਾਤਮਾ। ਹਾਹੇ ਕੰਨੇ ਤੋਂ ਭਾਵ ਲੈਂਦੇ ਨੇ ਜੋ ਪ੍ਰਗਟ ਤੌਰ ਤੇ ਹੈ, ਲੁਕਿਆ ਛਿਪਿਆ ਨਹੀਂ। ਜ਼ਾਹਰ ਹੈ, ਹਾਜ਼ਰ ਹੈ, ਨਾਜ਼ਰ ਹੈ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਅਤੇ ਊੜੇ ਤੋਂ ਔਂਕੜ ਤੋਂ ਭਾਵ ਲੈਂਦੇ ਨੇ ਓੰਕਾਰ ਵਿਆਪਕ ਰੂਪ। ਸੋ ਐਸਾ ਜੋ ਪਰਮਾਤਮਾ ਹੈ ਇਸ ਨੂੰ ਆਪਣੇ ਮਨ ਦੇ ਅੰਦਰ ਟਿਕਾਉਣਾ ਕਰੋ। ਐਸਾ ਜੋ ਪਰਮਾਤਮਾ ਹੈ ਇਸ ਪਵਿੱਤਰ ਸ਼ਬਦ ਦੀ ਵਿਚਲੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੋ।
ਨਾਰਾਇਣ ਪ੍ਰਾਨ ਆਧਾਰਾ। ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਹਨ ਕਿ ਜੋ ਨਾਰਾਇਣ ਸਾਰੀ ਸ੍ਰਿਸ਼ਟੀ ਦਾ ਪ੍ਰਾਣ ਨੂੰ ਦੇਣ ਵਾਲਾ ਆਸਰਾ ਹੈ। ਭਾਵ ਜਿਹੜੇ ਸਾਡੇ ਅੰਦਰ ਸਵਾਸ ਚੱਲਦੇ ਨੇ ਪ੍ਰਾਣ ਹਨ। ਪ੍ਰਾਣ ਅਪਾਨ ਸਮਾਨ ਉਦਾਨ ਬਿਮਾਨ। ਬੰਦੇ ਦੇ ਸਰੀਰ ਦੇ ਅੰਦਰ 5 ਪ੍ਰਕਾਰ ਦੇ ਸਵਾਸ ਚੱਲਦੇ ਨੇ। ਸੋ ਉਹਨਾਂ ਸਵਾਸਾਂ ਨੂੰ ਚਲਾਉਣ ਵਾਲਾ, ਉਹਨਾਂ ਸਵਾਸਾਂ ਦਾ ਆਸਰਾ ਕੌਣ ਹੈ? ਜਿਹੜੇ ਸਾਡੇ ਸਰੀਰ ਅੰਦਰ ਸਵਾਸ ਚੱਲਦੇ ਹਨ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਹੀ ਚੱਲਦੇ ਹਨ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜੋ ਦਮ ਚੇਤਨ ਆਵੇ ਸੋ ਦਮ ਬਿਰਥਾ ਜਾਏ। ਉਹ ਗੁਰਮੁਖ ਜਨ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਨ ਜੋ ਪ੍ਰਾਣਾਂ ਦੇ ਆਸਰੇ ਨਾਰਾਇਣ ਨੂੰ ਸਵਾਸ ਸਵਾਸ ਤੇ ਆਉਂਦੇ ਹਨ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜੇ ਗੁਰਮੁਖ ਹਨ, ਗੁਰਮੁਖ ਸ਼ਬਦ ਦੇ ਅਰਥ ਦੇ ਵੀ ਸੰਗਤ ਜੀ ਬੇਅੰਤ ਪ੍ਰਕਾਰ ਹਨ। ਜਿਨ੍ਹਾਂ ਦਾ ਮੂੰਹ ਆਪਣੇ ਗੁਰੂ ਦੀ ਸਿੱਖਿਆ ਵੱਲ ਹੁੰਦਾ ਹੈ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ। ਸੋ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਜਿਹੜੇ ਰੋਮ ਰੋਮ ਵਾਲ ਵਾਲ ਸਵਾਸ ਸਵਾਸ ਪ੍ਰਮਾਤਮਾ ਨੂੰ ਧਿਆਉਂਦੇ ਹਨ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਨ। ਪਾਤਸ਼ਾਹ ਜੀ ਵੀ ਇਸ ਸ਼ਬਦ ਵਿੱਚ ਸਾਡੇ ਤਾਈਂ ਫਰਮਾਉਂਦੇ ਹਨ ਕਿ ਜੋ ਨਾਰਾਇਣ ਹੈ ਪ੍ਰਮਾਤਮਾ, ਜੋ ਸਾਰੇ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ, ਉਸ ਨੂੰ ਧਿਆਉਣਾ ਕਰੋ। ਹਮ ਸੰਤ ਜਨਾਰੇ ਨਾਰਾ। ਅਤੇ ਸਾਡੇ ਤਾਈਂ ਸੰਤਾਂ ਦੇ ਕਮਲ ਸਰੀਖੇ ਚਰਨਾਂ ਦੀ ਜੋ ਧੂੜੀ ਹੈ ਦੇਣਾ ਕਰੋ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ। ਸੰਤ ਜਨ ਕਿਹੜੇ ਹਨ? ਵਿਦਵਾਨਾਂ ਦਾ ਕਹਿਣਾ ਕਿ ਸੰਤ ਜੋ ਅਰਥ ਹੈ ਉਹ ਗੁਰੂ ਸਾਹਿਬ ਨੂੰ ਸੰਬੋਧਨ ਵੀ ਹੁੰਦਾ। ਅਤੇ ਸੰਤ ਜੋ ਹਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ। ਹਰ ਨਾਮਾ ਮਨਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸਾਹ ਜਾਂਦਿਆਂ ਤੇ ਸਾਹ ਆਉਂਦਿਆਂ, ਰੋਟੀ ਖਾਂਦਿਆਂ, ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਕਦੀ ਪ੍ਰਮਾਤਮਾ ਵਿਸਰੇ ਹੀ ਨਾ। ਸੋ ਐਸੀ ਕਮਾਈ ਕਰਨ ਵਾਲੀਆਂ ਰੂਹਾਂ ਦਾ ਨਾਮ ਸੰਤ ਹੈ। ਵਿਦਵਾਨ ਜਨ ਕਹਿੰਦੇ ਹਨ ਕਿ ਜਿਹੜੇ ਸੰਤ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੋਵੇ, ਜਿਹੜੇ ਸੰਤ ਹੁੰਦੇ ਹਨ ਹਰ ਕਾ ਸੰਤ ਹਰ ਕੀ ਹਰ ਮੂਰਤ। ਜਿਸ ਹਿਰਦੈ ਹਰ ਨਾਮ ਮੁਰਾਰ। ਜਿਸ ਹਿਰਦੇ ਦੇ ਵਿੱਚ ਮੁਰਦੈਤ ਨੂੰ ਮਾਰਨ ਵਾਲੇ ਪਰਮੇਸ਼ਵਰ ਦਾ ਨਾਮ ਸਵਾਸ ਸਵਾਸ ਵਸਦਾ ਹੋਵੇ ਉਹਨਾਂ ਦਾ ਨਾਮ ਸੰਤ ਜਨ ਹੈ। ਪਾਤਸ਼ਾਹ ਜੀ ਕਹਿੰਦੇ ਹਨ ਕਿ ਸਾਡੇ ਤਾਂ ਹੀ ਐਸੀ ਕਰਨੀ ਕਮਾਈ ਵਾਲੇ ਨਾਮ ਬਾਣੀ ਦੇ ਰਸੀਏ ਜਿਹੜੇ ਸੰਤ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਯਾਦ ਆਇਆ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਇਤਨਾ ਸਤਿਕਾਰ ਕਰਦੇ ਹਨ ਸੰਗਤ ਜੀ। ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਜਦੋਂ ਉਹਨਾਂ ਨੇ ਜਾਣਿਆ ਕਿ ਸਾਡੇ ਸਰੀਰ ਦੇ ਵਿੱਚ ਜੋ ਸਵਾਸ ਚੱਲ ਰਹੇ ਹਨ ਸੋ ਅੰਤਲਾ ਸਮਾਂ ਬਹੁਤ ਨਜ਼ਦੀਕ ਆ ਰਿਹਾ। ਸੋ ਜਿਵੇਂ ਉਹਨਾਂ ਨੇ ਮਨ ਦੇ ਵਿੱਚ ਫੁਰਨਾ ਕੀਤਾ ਕਿ ਪਾਤਸ਼ਾਹ ਜੀ ਅੰਤਲੇ ਸਮੇਂ ਵਿੱਚ ਮੈਨੂੰ ਦਰਸ਼ਨ ਦੇਣ, ਤਾਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਹਰਗੋਬਿੰਦਪੁਰ ਤੋਂ ਚੱਲ ਕਰਕੇ ਬੀੜ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਬਾਬਾ ਬਿਧੀ ਚੰਦ ਜੀ ਨੂੰ ਨਾਲ ਲੈ ਕਰਕੇ ਪਹੁੰਚਦੇ ਹਨ। ਅਤੇ ਬਾਬਾ ਬੁੱਢਾ ਸਾਹਿਬ ਜੀ ਪਾਤਸ਼ਾਹ ਜੀ ਦੇ ਇਤਨਾ ਸਤਿਕਾਰ ਕਰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਜਦੋਂ ਪਾਤਸ਼ਾਹ ਜੀ ਦੇ ਚਰਨ ਸਪਰਸ਼ ਕਰਦੇ ਹਨ ਪਾਤਸ਼ਾਹ ਜੀ ਉਹਨਾਂ ਦਾ ਹੱਥ ਫੜ ਲੈਂਦੇ ਹਨ ਤੇ ਆਪ ਗੁਰੂ ਹੋਣ ਦੇ ਬਾਵਜੂਦ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਫੜ ਲੈਂਦੇ ਹਨ। ਇੰਨੀ ਨਿਮਰਤਾ ਸੰਗਤ ਜੀ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਬਾਬਾ ਬੁੱਢਾ ਸਾਹਿਬ ਜੀ ਬੇਨਤੀ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਸਾਰੀ ਸ੍ਰਿਸ਼ਟੀ ਦੇ ਕਰਤਾ ਧਰਤਾ ਹੋ। ਮੈਂ ਤਾਂ ਤੁਹਾਡਾ ਸਿੱਖ ਹਾਂ, ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਦਾ ਚੰਗਾ ਵੀ ਲੱਗਦਾ, ਪਰ ਤੁਸੀਂ ਗੁਰੂ ਹੋ ਕੇ ਮੇਰੇ ਨਿਮਾਣੇ ਸੇਵਕ ਨੂੰ ਕਿਉਂ ਇੰਨੀ ਵਡਿਆਈ ਦੇ ਰਹੇ ਹੋ? ਤੁਸੀਂ ਤਾਂ ਹਮੇਸ਼ਾ ਹੀ ਆਪਣੇ ਭਗਤਾਂ ਨੂੰ ਵਡਿਆਈ ਦਿੰਦੇ ਆ ਰਹੇ ਹੋ। ਇਹ ਤੁਹਾਡਾ ਪਤਿਤ ਪਾਵਨ ਬਿਰਧ ਹੈ, ਜਿਸ ਕਰਕੇ ਸਾਰੀ ਕਾਇਨਾਤ ਆਪ ਜੀਆਂ ਨੂੰ ਨਮਸਕਾਰ ਕਰਦੀ ਹੈ। ਸਾਰੀ ਜਿਹੜੀ ਕਾਇਨਾਤ ਹੈ ਤੁਹਾਡੀ ਰਿਣੀ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਦਾ ਇਤਨਾ ਸਤਿਕਾਰ ਪਾਤਸ਼ਾਹ ਜੀ ਕਰਦੇ ਹਨ। ਸਤਿਗੁਰਾਂ ਜੀ ਦੇ ਰਹਿਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ
अपने आसन दे उपर बहुत सुंदर ते कोमल विछाउणे विछाउंदे हन ते आप बाबा बुढ़ा साहब जी थल्ले आसन लाउंदे ने धरती ते पातशाह जी जिस वक्त ऐसी भावना वेखदे ने बाबा बुढ़ा साहब जी दा इन्ना सत्कार, हर का सेवक सो हर जेहा भेद न जानो मानस देहा। सो परमात्मा दे विच ते संतां विच कोई फर्क ही नहीं, जेड़े नाम बाणी दे रसीगे होया करदे हन। पातशाह जी ने जदों ऐसा वेख्या कि ब्रह्म ज्ञानी बाबा बुढ़ा साहब जी साथों थल्ले धरती ते सुते होए हन, तां पातशाह जी ने भी अपना आसन थल्ले ला लेना कीता। बाबा बुढ़ा साहब जी दे नाल पातशाह जी आराम करते हैं। सारी रात बचन विलास करदे होया बतीत हो जाती। सो इतना सत्कार पातशाह जी करते हैं। सतगुरु जी फरमाउंदे हन कि ऐसे परोपकारी संतां दी जिन्नू सानू धूरी है देना करो। पतत पनीत कर लीने, जिहड़ी संतां दी धूड़ी है ये पतत तो पतत निखित कर्म करन वाले पापियां नू भी पवित्र कर देंदी है। कर किरपा हर जस दीने। पातशाह जी कहते हैं ओ महान गुरमुख हन जिन्हां ते अकाल पुरख वाहिगुरु ने किरपा करके उन्हां नूं अपना हर ही जस उन्हां दे ताई करवाया। पार ब्रह्म करे प्रतिपाला, जो पारावार तो रहत ब्रह्म है, जेड़ा सारी सृष्टि की पालना करदा। सद जीव संग रखवाला, जेड़ा सबना जियां दे अंग संग सहाय हो करके उन्हां दी रखिया करन वाला। हर दिन रैन कीर्तन गाइए। पातशाह जी फरमाउंदे हन दिन अते रात अकाल पुरख वाहिगुरु दा जो जस है करना करो। जागना जागन नीका, हर कीर्तन मह जागना। बहुड़ ना जोनी पाइए, जिन्हां ने परमात्मा दा नाम जपना कीता उन्हां नूं फिर दोबारा जेड़ा जमन मरण दा गेड़ है उस विच पैना नहीं कीता। जिस देवै पुरख विधाता, जिन्हां दे ताई परमात्मा ने अपने नाम दी दात देना कीती है। हर रस ते नहीं जाता, उन्हां ने ही इस हरि नाम रस नूं जानना कीता है। जम कंकर नेड़ न आया, उन्हां दे ताई जेड़ा जमदूत है नेड़े नहीं आया। सुख नानक सरनी पाया। पातशाह जी फरमाउंदे हन कि जिन्हां जीव रूप इस्त्रियां ने परमात्मा नूं ध्याउणा कीता, नानक पातशाह जी फरमाउंदे हन बेनती करदे हन उन्हां ने सब प्रकार दे जेड़े सुख हन पाउणा कीते। सो गुरु प्यारी संगत जी, ये पावन पवित्र मुख वाक साहिब दी विचार हुई है। मुख वाक साहिब दी विचार करदियां बेअंत प्रकार दियां भुल्लां गलतियां हो गईयां हन। धन धन सतगुरु श्री गुरु ग्रंथ साहिब सच्चे पातशाह जी बख्शनहार हन। आप गुरु रूप संगत बख्शनहार हो बख्श लैना। अगाह वास्ते सुध अते स्पष्ट कथा विचारता करन दी दात बख्श करके निहाल करना। सतगुरु जी कृपा करन पढ़ी सुनी कथा विचारता दा फल भाव साडे सारियां दे हिरदियां ते वसे, तां जो लोक परलोक सुहेला हो सके। सो इत्थे संगत जी कथा दी समाप्ति है अते आप गुरु रूप संगतां दे चरनां विच ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਆਪ ਗੁਰੂ ਰੂਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿ ਅੱਜ ਦੇ ਦਿਨ 16 ਅਗਸਤ 2022 1947 ਵੇਲੇ ਭਾਰਤ ਪਾਕਿਸਤਾਨ ਦੀ ਜਦੋਂ ਵੰਡ ਹੋਈ ਸੀ, ਤਿਸ ਵਿੱਚ ਬਹੁਤ ਸਿੰਘ ਸਿੰਘਣੀਆਂ ਸਮੁੱਚੀ ਮਾਨਵਤਾ शरारती अरसना ने जिन्हां नूं शहीद कर देना कीता, उन्हां नूं याद करदियां होइयां तख्त श्री दमदमा साहिब विखे गुरद्वारा बाबा बीर सिंह बाबा धीर सिंह विखे श्रोमणी गुरद्वारा प्रबंधक कमेटी तख्त श्री दमदमा साहिब वल्लों मूल मंत्र गुर मंत्र दा जाप दा समां रखिया गया है। 8:30 वजे तो लैके 9 वजे तक दा समां है। सो सारी सिख संगत ने उन्हां शहीद ਸਿੰਘਾਂ ਸਿੰਘਣੀਆਂ ਬਜ਼ੁਰਗ ਮਾਤਾਵਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਇੱਥੇ ਹੀ ਗੁਰੂ ਪਿਆਰੀ ਸੰਗਤ ਜੀ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਜਮ ਕੰਕਰ ਨੇੜ ਨ ਆਇਆ सुख नानक सरनी पाया। वाहिगुरु जी का खालसा